ਜੀ ਉਹਨਾਂ ਦੇ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ, ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ। ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਉਹਨਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ। ਉਹਨਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਉਹਨਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ। ਰੱਬ ਵੀ ਮੰਨਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ, ਜਿਨ੍ਹਾਂ ਦੀ ਰੱਬ ਵੀ ਮੰਨਦਾ, ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ। ਰੱਬ ਵੀ ਮੰਨਦਾ ਹੈ, ਭਗਤਾਂ ਦੀ ਰੱਬ ਵੀ ਮੰਨਦਾ ਹੈ, ਭਗਤਾਂ ਦੀ ਰੱਬ ਵੀ ਮੰਨਦਾ ਹੈ, ਰੱਬ ਵੀ ਮੰਨਦਾ ਹੈ, ਭਗਤਾਂ ਦੀ ਰੱਬ ਵੀ ਮੰਨਦਾ ਹੈ, ਰੱਬ ਵੀ ਮੰਨਦਾ ਹੈ। ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ। ਉਹਨਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਭਗਤਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ। ਉਹਨਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਉਹਨਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ, ਉਹਨਾਂ ਨਾਲ ਸ਼ਰੀਕਾ ਕਾਂਦਾ ਜਿਨ੍ਹਾਂ ਦੀ ਰੱਬ ਵੀ ਮੰਨਦਾ ਹੈ। ਪਰਮ ਸਤਿਕਾਰਯੋਗ ਗੁਰਾਂ ਕੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਪਣੀ ਹਾਜ਼ਰੀ ਭਰਨ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੇ ਦੁਨਿਆਵੀ ਘਰਾਂ ਨੂੰ ਛੱਡ ਕੇ, ਦੁਨਿਆਵੀ ਤੋਂ ਭਾਵ ਉਹ ਸਾਡੇ ਨਹੀਂ ਹੈ, ਸਾਡੀ ਚੀਜ਼ ਉਹ ਹੁੰਦੀ ਹੈ ਜਿਹੜੀ ਨਾਲ ਜਾਵੇ। ਤੇ ਪਾਤਸ਼ਾਹ ਮਹਾਰਾਜ ਨੇ ਕਹਿਤਾ ਦੁਨਿਆਵੀ ਤੋਂ ਭਾਵ ਪਰਾਈ, ਵੀ ਇਹਦੇ ਵਿੱਚ ਤੇਰਾ ਕੋਈ ਹੱਥ ਨਹੀਂ ਹੈ। ਰਜਿਸਟਰੀ ਵੀ ਨਾਉ ਹੈ, ਇੰਤਕਾਲ ਵੀ ਨਾਉ ਹੈ, ਹੋਰ ਵੀ ਚਲੋ ਜਿਹੜਾ ਕੋਈ ਕਾਗਜ਼ ਪੱਤਰ ਮਨੁੱਖ ਉਹ ਵੀ ਕਰਵਾ ਕੇ ਰੱਖਦਾ ਹੈ, ਜਿਹਦੇ ਸਮੇਂ ਵਿੱਚ ਹਰ ਇੱਕ ਚੀਜ਼ ਦਾ ਕਾਗਜ਼ ਪੱਤਰ ਬਣਵਾਇਆ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ 9 ਬਜ਼ੁਰਗ ਦੇ ਬੋਲਦੀ ਹੈ ਜਗ੍ਹਾ, ਜ਼ਮੀਨ ਜਗ੍ਹਾ ਕਹਿ ਲਓ, ਪਰ ਵਕਤੇ ਅਖੀਰ ਭਗਤ ਕਬੀਰ ਜੀ ਨੇ ਮੋਹਰ ਲਾ ਕੇ ਕਹਿ ਦਿੱਤਾ, ਚੱਲੇ ਜੁਆਰੀ ਦੋਏ ਹੱਥ ਚਾਰ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਲ ਜਾਣ ਵਾਲੀ ਤਾਂ ਕੋਈ ਹੋਰ ਵਸਤੂ ਹੈ, ਉਹਨੂੰ ਇਕੱਤਰ ਨਹੀਂ ਕਰਿਆ, ਉਹਨੂੰ ਇਕੱਠਾ ਹੀ ਨਹੀਂ ਕਰਿਆ ਹੈ।
ਦੇਖੋ ਕੱਲੀ ਕੱਲੀ ਗੱਲ ਦਾ ਜਵਾਬ ਹੈ, ਪਰ ਜੇ ਭਾਵ ਤੇ ਉਹਦੇ ਨਾਲ ਪੜ੍ਹੀ ਜਾਵੇ ਨਾ ਬਾਣੀ, ਫਿਰ ਪਤਾ ਲੱਗ ਜਾਂਦਾ ਹੈ। ਸਕੂਲ ਵਿੱਚ ਜਾਵਾਂਗੇ, ਫਿਰ ਮਾਸਟਰ ਸਭ ਕੁਝ ਦੱਸੂਗਾ, ਫਿਰ ਸਾਡੇ ਦਿਮਾਗ ਵਿੱਚ ਬੈਠੂਗੀ ਗੱਲ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਲ ਜਾਣ ਵਾਲੀ ਤਾਂ ਤੇਰੀ ਕੋਈ ਹੋਰ ਚੀਜ਼ ਹੈ, ਉਹ ਕੀ ਮਨ ਉਹਾਂ ਤੇਰਾ ਸੰਗ ਸਹਾਈ। ਕਹਿੰਦੇ ਉੱਥੇ ਪਰਮਾਤਮਾ ਦਾ ਨਾਮ ਹੈ ਜਿਹੜਾ ਤੇਰੇ ਨਾਲ ਜਾਊਗਾ। ਬਾਕੀ ਇਹ ਇੰਤਕਾਲ ਰਜਿਸਟਰੀਆਂ ਸਾਰੀਆਂ ਸਾਡੇ ਬਜ਼ੁਰਗਾਂ ਨੇ ਲੜ ਲੜ ਕੇ ਕਰਾਈਆਂ, ਇੱਕ ਦੂਸਰੇ ਨਾਲ ਲੜਾਈ ਝਗੜਾ ਕਰਿਆ, ਇੰਨੀ ਮੇਰੀ ਹੈ, ਇੱਧਰ 4 ਇੰਚੀ ਜੇ ਤਾਂ ਇੱਧਰਲੇ ਪਾਸੇ ਧਰ ਲਈ ਤਾਂ ਦੇਖੀ ਫਿਰ ਤੇਰੇ ਨਾਲ ਬਣਦਾ ਕੀ ਹੈ। ਮਹਾਰਾਜ ਜੀ ਕਹਿੰਦੇ ਉਹ ਇਹੋ ਜਿਹੇ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਜਿਨ੍ਹਾਂ ਦਾ ਜ਼ਿਕਰ ਭਗਤ ਨਾਮਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਬਾਣੀ ਵਿੱਚ ਕਰ ਦਿੱਤਾ। ਉਹ ਕਹਿੰਦੇ ਗਹਿਰੀ ਕਰਕੇ ਨੀਵ ਖੁਦਾਈ, ਗਹਿਰੀ ਤੋਂ ਭਾਵ ਡੂੰਗੀ, ਡੂੰਗੀ ਨਿਉ ਪੱਟ ਕੇ। ਚਲੋ ਇਹਦੇ ਵਿੱਚ ਅੱਡੋ ਅੱਡੀ ਰਾਏ ਵੱਖੋ ਵੱਖਰੀਆਂ, ਵੀ ਚੰਗੀ ਨਿਉ ਵਧੀਆ ਜੇ ਕੋਈ ਮਨੁੱਖ ਭਰ ਕੇ ਲਿਆਊ ਨਾ, ਉੱਪਰ ਮਹਿਲ ਜਿੱਡਾ ਮਰਜ਼ੀ ਉਸਾਰ ਲਵੇ, ਫਿਰ ਉਹਨੂੰ ਡਰ ਨਹੀਂ ਹੈ। ਜੇ ਉੱਤੇ ਜੀ ਨਿਉ ਰੱਖੀ ਹੋਈ ਹੈ, ਬਸ ਇੱਕ ਦੋ ਕਰਦੇ, ਬਸ ਇਹ ਕਹਿ ਲਓ ਵੀ ਧਰਤੀ 'ਚ ਗਈ ਹੈ, ਉਹਦਾ ਮਨ ਵਿੱਚ ਡਰ ਹੀ ਡਰ ਰਹਿੰਦਾ। ਜੇ ਤਾਂ ਨਾਲ ਕਿਸੇ ਨੇ ਹੋਰ ਬਣਾ ਲਿਆ ਫਿਰ ਤਾਂ ਸਪੋਰਟ ਹੋ ਗਈ, ਜੇ ਇਕੱਲਾ ਹੀ ਮਕਾਨ ਖੜਾ ਫਿਰ ਮਨ ਵਿੱਚ ਡਰ ਰਹੂ, ਨਿਉ ਥੋੜ੍ਹੀ ਜਿਹੀ ਉੱਤੇ ਰੱਖੀ ਗਈ ਆਪਾਂ ਤਾਂ। ਹੁਣ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਗਹਿਰੀ ਕਰਕੇ ਨੀਵ ਖੁਦਾਈ। ਅੰਮ੍ਰਿਤ ਵੇਲਾ ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਉਹ ਪਿਆਰ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ, ਅਤੇ ਇਸ ਦੀ ਵਿਚਾਰ ਫਿਰ ਬੜੇ ਪਿਆਰ ਦੇ ਵਿੱਚ ਆ ਕੇ ਕਰਦੇ। ਕਹਿੰਦੇ ਸ਼ਾਹੂਕਾਰ ਨੇ ਮਹਿਲ ਬਣਾ ਲਿਆ ਭਗਤ ਨਾਮਦੇਵ ਜੀ ਦੇ ਘਰ ਦੇ ਨਾਲ ਜਮਾ। ਭਗਤਾਂ ਦੇ ਨਾਲ ਕਾਹਦਾ ਈਰਖਾ ਹੈ, ਕਾਹਦਾ ਸਰੀਕਾ ਹੈ, ਉਹਨਾਂ ਨੇ ਇੱਥੋਂ ਉਹਨਾਂ ਨੂੰ ਕਿਹਾ ਜਾਊਗਾ ਜਿਹੜੇ ਭਗਤ ਹੋਣ ਵੀ ਬਾਬਾ ਤਾਂ ਬੈਠਣਾ ਹੀ ਹੈ, ਕਿਸੇ ਦਰਖਤ ਥੱਲੇ ਹੋਰ ਜਾ ਕੇ ਬਹਿ ਜਾ। ਵੈਸੇ ਉਹ ਕਿਸੇ ਚੀਜ਼ ਨਾਲ ਮੋਹ ਨਹੀਂ ਪਾਉਂਦੇ। ਮਕਾਨ ਨਾਲ ਤਾਂ ਅਲੱਗ ਗੱਲ ਰਹੀ, ਰਜਿਸਟਰੀ ਨਾਲ ਤਾਂ ਅਲੱਗ ਗੱਲ ਰਹੀ, ਉਹ ਤਾਂ ਇੱਕ ਦਰਖਤ ਦੇ ਨਾਲ ਵੀ ਮੋਹ ਨਹੀਂ ਪਾਉਂਦੇ। ਜਿਹੜਾ ਇੱਕ ਦਰਖਤ ਹੈ ਨਾ, ਉਹਦੇ ਨਾਲ ਵੀ ਮੋਹ ਨਹੀਂ ਪਾਉਂਦੇ। ਉਹਨਾਂ ਨੂੰ ਕਹਿੰਦੇ ਨੇ ਬ੍ਰਗਤ ਮਹਾਂਪੁਰਖ। ਉਹਨਾਂ ਨੇ ਇੱਕ ਰਾਤ ਅੱਜ ਇਸ ਦਰਖਤ ਥੱਲੇ ਕੱਟੀ, ਅਗਲੀ ਰਾਤ ਦੂਜੇ ਦਰਖਤ ਥੱਲੇ ਜਾ ਕੇ ਕੱਟਣਗੇ। ਉਹਦਾ ਭਾਵ ਹੈ ਇੱਕ ਵੀ ਕਿਤੇ ਇਸ ਦਰਖਤ ਦੇ ਨਾਲ ਸਾਡਾ ਮੋਹ ਨਾ ਪੈ ਜਾਵੇ। ਜਦੋਂ ਮਨੁੱਖ ਮੋਹ ਪੈ ਗਿਆ ਜਿਸ ਦਾ, ਫਿਰ ਉਹਨੂੰ ਜਨਮ ਧਾਰਨਾ ਕਰੂਗਾ, ਜਨਮ ਧਾਰਨਾ ਪਊ ਦੁਬਾਰੇ। ਜਿਵੇਂ ਜੜ ਭਰਤ ਰਿਸ਼ੀ ਜੀ ਹੋਏ, ਬੰਦਗੀ ਕਰਦੇ ਨੇ, ਪਰਮਾਤਮਾ ਦੀ ਬੰਦਗੀ ਵਿੱਚ ਇੰਨਾ ਮਗਨ ਹੋ ਗਏ, ਇੰਨਾ ਕੁ ਮਗਨ ਹੋ ਗਏ, ਉਹਨਾਂ ਨੂੰ ਦੁੱਖ ਸੁੱਖ ਦਾ ਨਹੀਂ ਪਤਾ ਲੱਗਦਾ, ਭੁੱਖ ਤਰੇ ਦਾ ਨਹੀਂ ਪਤਾ ਲੱਗਦਾ, ਗਰਮੀ ਸਰਦੀ ਦਾ ਨਹੀਂ ਪਤਾ ਲੱਗਦਾ, ਤਨ 'ਤੇ ਕੱਪੜੇ ਪਾਏ ਉਹਦਾ ਨਹੀਂ ਪਤਾ ਲੱਗਦਾ। ਜੜ ਭਰਤ ਰਿਸ਼ੀ ਜੀ ਤਪ ਕਰਦਿਆਂ ਕਰਦਿਆਂ, ਪਰਮਾਤਮਾ ਦੀ ਬੰਦਗੀ ਕਰਦਿਆਂ ਕਰਦਿਆਂ ਇੰਨੇ ਕੁ ਮਗਨ ਹੋ ਗਏ ਵੀ ਆਹ ਜਿਹੜੀ ਦੁਨਿਆਵੀ ਵਸਤੂ ਹੈ ਨਾ, ਜਿਹਦੇ ਨਾਲ ਅੱਜ ਮਨੁੱਖ ਜੁੜਿਆ, ਇਹ ਤੋਂ ਉਹ ਪਾਸੇ ਹੋ ਜਾਂਦੇ ਨੇ। ਰਹਿੰਦੇ ਤਾਂ ਵਿੱਚ ਹੀ ਨੇ, ਪਰ ਉਹ ਪਾਸੇ ਹੋ ਜਾਂਦੇ ਨੇ। ਉਹ ਕਹਿੰਦੇ ਚੱਲ ਮਕਾਨ ਤਾਂ ਰਹਿਣ ਵਾਸਤੇ ਹੁੰਦਾ ਹੈ। ਹੁਣ ਕਈ ਮਨੁੱਖ ਕਹਿੰਦਾ ਵੀ ਟੁਕੜੀ ਭੁੱਚੋ ਤੋਂ ਲਿਆਓ, ਨਹੀਂ ਉੱਥੋਂ ਲਿਆਓ ਮਾਰਬਲ ਵਧੀਆ, ਮਕਰਾਣੇ ਦਾ ਪੱਥਰ ਉੱਥੋਂ ਦਾ ਵਧੀਆ ਮਿਲਦਾ। ਬਾਸ ਦੇ ਵਿੱਚ ਸੋਚਿਆ ਜਾਵੇ, ਮੰਜਾ ਤਾਂ ਇੱਕੋ ਹੀ ਡਾਉਣਾ ਹੈ, ਬੈੱਡ 2 ਡਹਿ ਜਾਣਗੇ ਬਸ। ਉਸ ਪੱਥਰ ਦੇ ਉੱਤੇ ਨਹੀਂ ਪੈਣਾ, ਪੱਥਰ ਦੇ ਉੱਤੇ ਬੈੱਡ ਧਰ ਕੇ ਪੈਣਾ। ਸੋਚਣੀ ਆਪੋ ਆਪਣੀ ਵੱਖਰੀ। ਤੇ ਭਗਤ ਨਾਮਦੇਵ ਜੀ ਜਾਂ ਹੋਰ ਜਿਤਨੇ ਭਗਤ ਹੋਏ ਨੇ, ਕਹਿੰਦੇ ਪੈਣਾ ਹੀ ਹੈ, ਥੱਲੇ ਬੋਰੀ ਵਿਛਾਓ, ਦੇਖੋ ਕਿੰਨਾ ਆਨੰਦ ਆਊਗਾ। ਮਨੁੱਖ ਕਹਿੰਦਾ ਨਹੀਂ ਵਧੀਆ ਬੈੱਡ ਹੋਵੇ, ਮਹਿੰਗਾ ਹੋਵੇ, 20-25 ਹਜ਼ਾਰ 50 ਹਜ਼ਾਰ ਦਾ ਬੈੱਡ ਹੋਵੇ। ਭਗਤ ਜੀ ਕਹਿੰਦੇ ਉਹਦੇ ਤੇ ਵੀ ਪੈ ਕੇ ਆਰਾਮ ਹੀ ਕਰਨਾ, ਪੱਥਰ ਦੇ ਉੱਤੇ ਪੈ ਕੇ ਵੀ ਆਰਾਮ ਕਰਨਾ, ਕੰਧਾਂ ਤੇ ਚੜਾ ਲਓ ਭਾਵੇਂ ਥੱਲੇ ਲਾ ਲਓ, ਪਰ ਮਹਾਰਾਜ ਜੀ ਕਹਿੰਦੇ ਉਹ ਚੀਜ਼ ਲਾਓ, ਰੱਬ ਦੇ ਫਕੀਰ ਕਹਿੰਦੇ ਜਿਹੜੀ ਵਰਤੋਂ ਵਿੱਚ ਆ ਜਾਵੇ, ਜਿਸ ਬਿਨਾਂ ਮਨੁੱਖ ਨੂੰ ਸਰਦਾ ਨਹੀਂ ਹੈ।
ਹੁਣ ਜੜ ਭਰਤ ਰਿਸ਼ੀ ਜੀ ਬੈਠੇ ਨੇ, ਦਰਖਤ ਥੱਲੇ ਬਹਿ ਜਾਂਦੇ ਨੇ, ਬੰਦਗੀ ਕਰਦੇ ਨੇ। ਆਉਂਦਾ ਜਾਂਦਾ ਕੋਈ ਦੇ ਗਿਆ ਭੋਜਨ ਤਾਂ ਛਕ ਲਿਆ, ਤੇ ਨਹੀਂ ਫਿਰ ਉਹ ਆਪਣੀ ਮੌਜ ਵਿੱਚ ਬੈਠੇ ਰਹਿੰਦੇ ਨੇ। ਜਿਨ੍ਹਾਂ ਦੀ ਬਾਬਤ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਉਹ ਤਾਂ ਪਾਟੀ ਹੋਈ ਬੋਰੀ ਪਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ, ਅਸੀਂ ਮਹਿੰਗੇ ਵਸਤਰ ਪਾ ਕੇ ਉਹਨਾਂ 'ਚ ਵੀ ਨੁਕਸ ਕੱਢਦੇ ਹਾਂ, ਇੱਧਰੋਂ ਉੱਚਾ ਇੱਧਰੋਂ ਨੀਵਾਂ, ਇਹ ਰੰਗ ਨਹੀਂ ਸੀ ਲੈਣਾ, ਆਹ ਰੰਗ ਲੈਣਾ ਸੀ। ਸੱਚੇ ਪਾਤਸ਼ਾਹ ਕਹਿੰਦੇ ਇਹ ਹੋਛੀਆਂ ਗੱਲਾਂ ਨੇ, ਹੋਛੀਆਂ ਆਪਦੇ ਜਿਹੜੀ ਇਹੋ ਜੀ ਕੋਈ ਵਿਚਾਰ ਦੇ ਵਿੱਚ ਪੈਂਦਾ ਨੇ, ਇਹ ਗੱਲ ਬਹੁਤੀ ਵਧੀਆ ਨਹੀਂ, ਇਹ ਹੋਛੀ ਹੈ। ਤੇ ਭਗਤ ਰੱਬ ਦੇ ਨਾਮ ਜਪਣ ਵਾਲੇ ਉਹ ਬੋਰੀ ਪਾ ਕੇ ਵੀ ਬੜਾ ਖੁਸ਼ ਰਹਿੰਦੇ ਨੇ। ਮਾਇਆ ਧਾਰੀ ਬੰਦਾ ਵਧੀਆ ਵਸਤਰ ਪਾ ਕੇ ਵੀ ਉਹਦੇ ਕੰਨੀ ਵੀ ਉਹਦੇ ਕੰਨੀ ਦੇਖ ਦੇਖ ਤੁਰੀ ਜਾਊਗਾ, ਵੀ ਕਿਤੇ ਬਲ ਤਾਂ ਨਹੀਂ ਪੈਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਦੋ ਹੀ ਮਾਰਗ ਨੇ, ਇੱਕ ਜਿਹੜਾ ਉਹ ਦੁਨਿਆਵੀ ਮਾਰਗ ਹੈ, ਇੱਕ ਸੰਤਾਂ ਦਾ ਮਹਾਂਪੁਰਖਾਂ ਦਾ ਮਾਰਗ ਹੈ। ਦੇਖੇ ਹੋਣਗੇ ਤੁਸੀਂ ਬੜੇ ਪੁਰਾਣੇ ਮਹਾਂਪੁਰਖ ਸੀ ਜਿਹੜੇ, ਜਿਨ੍ਹਾਂ ਦੇ ਜੇ ਕਿਸੇ ਨੇ ਤਨ ਤੇ ਵਸਤਰ ਦੇਤਾ ਤਾਂ ਪਾ ਲਿਆ, ਤੇ ਨਹੀਂ ਆਪਣੀ ਮੌਜ ਵਿੱਚ। ਉਹਨਾਂ ਦੀ ਬਾਬਤ ਰੱਬ ਦੇ ਫਕੀਰ ਮਹਾਂਪੁਰਖ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਂਪੁਰਖ ਪੜ੍ਹਦੇ ਹੁੰਦੇ, ਕਹਿੰਦੇ ਉਹ ਸਾਧੂ ਕਿਹੋ ਜਿਹੇ ਨੇ ਜਿਹੜੇ ਨਾਮ ਜਪਣ ਵਾਲੇ, ਜਿਹੜੇ ਸਮਝ ਲਓ ਵੀ ਇਹ ਦੁਨੀਆ ਤੋਂ ਉੱਪਰ ਉੱਠ ਖੜੇ, ਤੇ ਅੱਜ ਮਿਲਦਾ ਤਾਂ ਨਹੀਂ ਖੈਰ ਉਹ ਕੋਈ ਤੁਹਾਨੂੰ ਇਹੋ ਜਿਹਾ ਜਿਹੜਾ ਕਹੇ ਵੀ ਮੈਂ ਇਸ ਚੀਜ਼ ਤੋਂ ਪਾਸੇ ਹਾਂ। ਉਹ ਤਾਂ ਉੱਪਰੋਂ ਜ਼ਰੂਰ ਜਿਹੜਾ ਉਹ ਵਿਖਾਵਾ ਜਿਹਾ ਤਾਂ ਕਰ ਦੂਗਾ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਦੇ ਵਿੱਚੋਂ ਨਿਕਲਦਾ ਲਿਫਾਫਾ ਹੀ ਹੈ। ਜਿਵੇਂ ਆ ਮਲੇਰਕੋਟਲੇ ਦੇ ਲਾਗੇ ਪਿੰਡ ਹੈ ਕੁਠਾਲਾ, ਅਲੀਪੁਰ ਖਾਲਸਾ ਦੇ ਨਾਲ ਹੀ ਕੁਠਾਲਾ ਪਿੰਡ ਹੈ। ਰੱਬ ਦੇ ਫਕੀਰ ਕਹਿਣ ਲੱਗੇ ਉੱਥੇ ਕੋਈ ਨਾ ਆਪਣੇ ਆਪ ਨੂੰ ਛੋਟੀ ਜੀ ਉਮਰ ਦਾ ਹੀ ਹੈ, ਕੋਈ ਬਾਬਾ ਕਹਾਉਂਦਾ, ਬਾਬਾ। ਚਲੋ ਕਹਾਉਂਦਾ ਤਾਂ ਕਿਹੜਾ ਹੁੰਦਾ, ਕਹਿ ਦਿੰਦਾ ਅਗਲਾ, ਬਾਣੇ ਨੂੰ ਵੇਖ ਕੇ ਕਹਿ ਦਿੰਦਾ। ਬਾਕੀ ਬਜ਼ੁਰਗ ਨੂੰ ਦੇਖ ਕੇ ਅਗਲਾ ਚਿੱਟੇ ਦਾੜੇ ਨੂੰ ਕਹਿ ਦਿੰਦਾ ਵੀ ਇਹ ਤਾਂ ਸਾਡੇ ਬਜ਼ੁਰਗਾਂ ਵਰਗਾ। ਜੇ ਬਰਾਬਰ ਜੇ ਦਾ ਕੋਈ ਹੋਵੇ ਉਹਨੂੰ ਕਹਿੰਦੇ ਮੇਰੇ ਭਰਾਵਾਂ ਵਰਗਾ। ਜੇ ਕੋਈ ਛੋਟਾ ਹੋਵੇ ਉਹਨੂੰ ਕਹਿ ਦਿੰਦਾ ਮੇਰਾ ਇਹ ਛੋਟਾ ਭਰਾ ਹੈ, ਜਾਂ ਮੇਰਾ ਪੁੱਤਰ ਹੈ, ਜਾਂ ਭਰਾ ਹੈ। ਚਲੋ ਇਹ ਤਾਂ ਸਾਡੇ ਤੇ ਆਪਦੇ ਤੇ ਡਿਪੈਂਡ ਕਰਦਾ ਵੀ ਛੋਟੇ ਨੂੰ ਅਸੀਂ ਉਹੀ ਦੇਖ ਕੇ ਕਹਿ ਦਿੰਦੇ ਵੀ ਸਾਡੇ ਪੁੱਤਰਾਂ ਵਰਗਾ, ਮੇਰੇ ਪੁੱਤ ਵਰਗਾ, ਤੂੰ ਵੀ ਮੇਰਾ ਪੁੱਤ ਹੈ। ਜਿਹੜਾ ਬਰਾਬਰ ਜੇ ਦਾ ਉਹਨੂੰ ਕਹਿ ਦਿੰਦੇ ਵੀ ਇਹ ਮੇਰੇ ਭਰਾਵਾਂ ਵਰਗਾ ਹੀ ਹੈ। ਤੇ ਬਜ਼ੁਰਗ ਨੂੰ ਤਾਂ ਆਪਾਂ ਕਹਿਣਾ ਬਾਬਾ। ਤੇ ਹੁਣ ਅੱਗੇ ਆ ਗਈ ਚਪੜਾਸ, ਜਿਵੇਂ ਸਾਡੇ ਬਾਣਾ ਪਾਇਆ ਹੋਇਆ ਹੈ, ਕਿਉਂਕਿ ਇਹ ਕੰਮ ਕਰਦੇ ਇਹੋ ਜਿਹਾ ਬਾਣਾ ਪਾਉਣਾ ਪਊਗਾ। ਜੇ ਇਹ ਕੰਮ ਕਰਦਿਆਂ ਵੀ ਅਸੀਂ ਦੂਜਾ ਬਾਣਾ ਪਾ ਕੇ ਪੈਂਟ ਕਮੀਜ਼ ਲੋਕਾਂ ਵਰਗਾ ਟਾਈਆਂ ਟੂਈਆਂ ਲਾ ਕੇ ਟੂਟੀ ਵਾਲੀ ਪੱਗ ਬੰਨ੍ਹ ਕੇ ਫਿਰੀਏ, ਕਿਹੜਾ ਬਾਬਾ ਕਹੂਗਾ? ਕਹਿਣਗੇ ਲੈ 4 ਪੈਸੇ ਆਏ ਹੋਏ ਨੇ, ਚੋਜ ਕਰਦਾ ਇਹ ਤਾਂ। ਮਰਜੀ ਕਹਿੰਦੇ ਜਿਹੋ ਜਿਹਾ ਕੋਈ ਕੰਮ ਕਰਦਾ ਇਹ ਤਾਂ ਚਪੜਾਸ ਹੈ। ਇੱਕ ਫੌਜੀ ਵੀਰ ਨੇ ਜਾਣਾ ਟ੍ਰੇਨਿੰਗ ਕਰਕੇ, ਫੌਜੀਆਂ ਵਾਲੇ ਕੱਪੜੇ ਪਾ ਕੇ ਉਹਨੂੰ ਫੌਜ ਤੇ ਜਾਣਾ ਪਊ, ਡਿਊਟੀ ਕਰਨੀ ਪਊਗੀ। ਜੇ ਗ੍ਰੰਥੀ ਸਿੰਘ ਹੈ, ਜੇ ਉਹ ਦੁਨੀਆ ਦੇ ਨਾਲੋਂ ਵੱਖਰੇ ਕੱਪੜੇ ਨਾ ਪਾਵੇ, ਉਹਨਾਂ ਵਾਂਗੂ ਰਹੇ, ਫਿਰ ਕਹਿਣਗੇ ਲੈ ਇਹ ਕਾਹਦਾ ਬਾਬਾ, ਇਹਦਾ ਕਾਹਦਾ ਪ੍ਰਭਾਵ ਪਊਗਾ। ਪਰ ਸਨ 90 ਤੋਂ ਲੈ ਕੇ ਇਹ ਬਾਣਾ ਪਾਇਆ, ਇਹੋ ਹੀ ਪਾਇਆ ਹੋਇਆ ਉਹਦੇ ਦਾ, ਐ ਨਹੀਂ ਵੀ ਕਿਤੇ ਹੋਰ ਪਾ ਲਿਆ। ਅੱਜ ਦੇ ਬਹੁਤੇ ਐਸੇ ਲੋਕ ਨੇ ਜਿਹੜੇ ਕਿਤੇ ਪੈਂਟ ਜੀ ਪਾ ਲੈਣ, ਕਿਤੇ ਜਦੋਂ ਕੀਰਤਨ ਕਰਨਾ ਉਦੋਂ ਕਿਤੇ ਕਿਵੇਂ ਜੇ ਬਣ ਜਾਣਗੇ, ਕਿਤੇ ਕਿਵੇਂ। ਚਲੋ ਖੈਰ ਉਹਨਾਂ ਦੀ ਆਪਣੀ ਮੌਜ ਹੈ। ਮੈਰਿਜ ਕਰਦਾ ਹੈ ਸਾਧੂਆਂ ਦੇ ਮਹਾਂਪੁਰਖਾਂ ਦੇ, ਉਹ ਨਾ ਪਾ ਕੇ ਜ਼ਰੂਰ ਰੱਖਦੇ ਨੇ, ਤਨ ਜ਼ਰੂਰ ਢੱਕਦੇ ਨੇ, ਪਰ ਉਹ ਕਿਹੜਾ ਪਾਉਂਦੇ ਨੇ? ਕਦੇ ਗੋਦੜੀ ਲੀਰਾਂ ਦੀ, ਕਦੇ ਗੋਦੜੀ ਲੀਰਾਂ ਦੀ, ਗੋਦੜੀ ਲੀਰਾਂ ਦੀ, ਕਦੇ ਗੋਦੜੀ ਲੀਰਾਂ ਦੀ, ਕਦੇ ਗੋਦੜੀ ਲੀਰਾਂ ਦੀ, ਕਦੇ ਗੋਦੜੀ ਲੀਰਾਂ ਦੀ। ਕਦੇ ਤਾਂ ਪਹਿਨਣ ਰੇਸ਼ਮ ਜਰੀਆਂ,
ਕਦੇ ਤਾਂ ਪਹਿਨਣ ਰੇਸ਼ਮ ਜਰੀਆਂ, ਕਦੇ ਤਾਂ ਪਹਿਨਣ ਰੇਸ਼ਮ ਜਰੀਆਂ, ਕਦੇ ਤਾਂ ਪਹਿਨਣ ਰੇਸ਼ਮ ਜਰੀਆਂ, ਕਦੇ ਤਾਂ ਪਹਿਨਣ ਰੇਸ਼ਮ ਜਰੀਆਂ, ਕਦੇ ਤਾਂ ਪਹਿਨਣ ਰੇਸ਼ਮ ਜਰੀਆਂ। ਕਦੇ ਗੋਦੜੀ ਲੀਰਾਂ ਦੀ ਪਾਈ ਬਾਬਾ ਮੌਜ ਫਕੀਰਾਂ ਦੀ, ਕਦੇ ਗੋਦੜੀ ਲੀਰਾਂ ਦੀ ਬਾਬਾ ਮੌਜ ਫਕੀਰਾਂ ਦੀ, ਕਦੇ ਗੋਦੜੀ ਲੀਰਾਂ ਦੀ ਬਾਬਾ ਮੌਜ ਫਕੀਰਾਂ ਦੀ। ਬਾਬਾ ਜੀ ਮੌਜ ਫਕੀਰਾਂ ਦੀ, ਬਾਬਾ 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 ਮੌਜ ਫਕੀਰਾਂ ਦੀ। ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸਾਧੂ ਹੋਣ ਜੀ ਕੋ ਖੁਦਾਏ ਦੇ ਭੇਦ ਨਾ ਕਿਸੇ ਦੇਣ। ਜਿਹੜੇ ਰੱਬ ਦੇ ਨੇੜੇ ਨੇ ਉਹ ਜਮੇ ਨਹੀਂ ਦੱਸਦੇ, ਜਿਹੜੇ ਨੇੜੇ ਨਹੀਂ ਹੈ ਉਹ ਰੌਲਾ ਪਾਉਂਦੇ ਨੇ। ਭਗਤ ਨਾਮਦੇਵ ਜੀ ਨੇੜੇ ਨੇ, ਸ਼ਾਹੂਕਾਰ ਨੇ ਮਹਿਲ ਬਣਾ ਲਿਆ। ਜਦੋਂ ਉਸ ਮਿਸਤਰੀ ਸਿੰਘ ਨੇ ਮਕਾਨ ਬਣਾਉਣ ਲੱਗਿਆ, ਨਿਉ ਰੱਖਣ ਲੱਗਿਆ, ਕਹਿੰਦੇ ਆ ਇੱਕ ਜਿਹੜੀ ਟੁੱਟੀ ਜੀ ਛੰਨ ਹੈ ਨਾ, ਇਹਦਾ ਇੱਕ ਪਾਸਾ ਇੱਕ ਖੂੰਜਾ ਜਾਂਦਾ ਹੈ, ਗੁਣੀਏ ਵਿੱਚ ਸਹੀ ਨਹੀਂ ਆ ਰਿਹਾ। ਸ਼ਾਹੂਕਾਰ ਕਹਿਣ ਲੱਗਾ ਚੱਕ ਕੇ ਪਰਾਂ ਮਾਰੋ, ਇਹ ਜੇ 1800 ਭਗਤ ਤੁਰੇ ਫਿਰਦੇ ਨੇ, ਲੈਣਾ ਕੀ ਹੈ ਜੇ ਭਗਤ ਤੋਂ? ਨਾਲੇ ਇੱਥੇ ਕਿਹੜਾ ਰਹਿੰਦਾ, ਇਹ ਤਾਂ ਬਾਹਰ ਹੀ ਤੁਰਿਆ ਫਿਰਦਾ ਰਹਿੰਦਾ, ਕਿਤੇ ਕਿਤੇ ਤੁਰਿਆ, ਕਿਤੇ ਕਿਤੇ ਤੁਰਿਆ। ਇਹਦੇ ਵਿੱਚ ਕਿਹੜਾ ਇਹਦੇ ਕੋਈ ਪੇਟੀਆਂ ਬੈੱਡ ਲੱਗੇ ਹੋਏ ਨੇ, ਇੱਕ ਅੱਧੀ ਕੌਲੀ ਹੋਈ, ਕੱਦਾ ਗਲਾਸ ਹੋਊ, ਬਸ ਚੱਕ ਕੇ ਪਾਸੇ ਕਰ ਦਿਓ। ਚੱਕ ਕੇ ਭਗਤ ਨਾਮਦੇਵ ਦੀ ਛੰਨ ਛੱਪਰੀ ਬਣਾਈ ਹੋਈ ਸੀ, ਉਹ ਛੱਪਰੀ ਚੁੱਕ ਕੇ ਪਾਸੇ ਕਰ ਦਿੱਤੀ ਤੇ ਉੱਥੇ ਮਹਿਲ ਬਣਾ ਲਿਆ। ਵੱਡੀਆਂ ਨਿਉਆਂ ਪੱਟੀਆਂ ਗਈਆਂ, ਵੱਡੀਆਂ। ਉਹ ਨਿਉ ਕਿਵੇਂ, ਜਿਵੇਂ ਅੱਜ ਦੇ ਸਮੇਂ ਵਿੱਚ ਉੱਥੇ ਨਾ ਜਦੋਂ ਬਾਬੇ ਨੇ ਦਰਬਾਰ ਸਾਹਿਬ ਬਣਾਇਆ, ਕਹਿੰਦੇ ਵੀ ਨਿਉ ਪੱਟਣੀ ਹੈ। ਚਲੋ ਅੱਡੋ ਅੱਡੀ ਹਰ ਇੱਕ ਦੀ ਸੋਚ ਹੁੰਦੀ ਹੈ। ਕਈ ਦੂਰ ਅੰਦੇਸੀ ਵਾਲੇ ਹੁੰਦੇ ਨੇ ਮਨੁੱਖ, ਦੂਰ ਅੰਦੇਸੀ ਵਾਲਾ ਮਨੁੱਖ ਕਦੇ ਫੇਲ ਨਹੀਂ ਹੁੰਦਾ ਜ਼ਿੰਦਗੀ ਵਿੱਚ, ਉਹ ਪਾਸ ਹੋ ਜਾਂਦਾ। ਉਹ ਸਾਨੂੰ ਜਦੋਂ ਇੱਧਰ ਦਰਬਾਰ ਸਾਹਿਬ ਬਣਾਇਆ ਨਾ, ਵੱਡਾ ਦੀਵਾਨ ਹਾਲ ਬਣਾਇਆ, ਉਹਦੇ ਨਾਲ ਪਰਲੇ ਪਾਸੇ ਲੰਗਰ ਹੈ ਇੱਕ, ਟਿੱਬਾ ਸਾਹਿਬ ਗੁਰਦੁਆਰੇ ਦੀ ਗੱਲ ਕਰਦਾ ਮੈਂ। ਉਹਨਾਂ ਟਰੈਕਟਰ ਲਿਆਂਦਾ, ਟਰੈਕਟਰ ਦੇ ਮਗਰ ਹਲ ਪਾ ਕੇ ਪਹਿਲਾਂ ਉਹ ਪੱਟਿਆ ਤੇ ਫਿਰ ਕਰਾਹ ਦੇ ਨਾਲ ਉਹਨੂੰ ਵਿੱਚੋਂ ਮਿੱਟੀ ਕੱਢੀ, ਕਈਆਂ ਕੁਈਆਂ ਦਾ ਕੰਮ ਹੀ ਮੁਕਾਤਾ। ਮੈਂ ਕਿਹਾ ਇੰਨਾ ਡੂੰਘਾ ਇਹ? ਉਹ ਕਹਿੰਦੇ ਹਾਂ ਇਹ ਵਧੀਆ ਮਹਿਲ ਬਣੂ, ਵੱਡਾ ਦਰਬਾਰ ਬਣੂਗਾ, ਇਹਦੇ ਉੱਤੇ ਜਦੋਂ ਮਰਜ਼ੀ ਕੋਈ ਹੋਰ ਮਹਿਲ ਬਣਾ ਲਿਓ, ਵੀ ਕੋਈ ਡਰ ਨਹੀਂ। ਬਾਬਾ ਜੀ ਕਹਿਣ ਲੱਗੇ ਟਰੈਕਟਰ ਦੇ ਨਾਲ ਉਹ ਥੱਲੋਂ ਜਿਹੜਾ ਬਹੁਤ ਡੂੰਘਾ ਪੱਟ ਕੇ ਲਿਆਂਦਾ, ਕਈ ਟਨ ਜਿਹੜੇ ਸਰੀਏ ਦੇ ਨੇ, ਇੱਟਾਂ ਬਹੁਤੀਆਂ ਉਹਦੇ ਵਿੱਚ ਜਿਹੜੀਆਂ ਉਹ ਲੱਗ ਗਈਆਂ। ਇਸੇ ਤਰ੍ਹਾਂ ਸ਼ਾਹੂਕਾਰ ਮਹਿਲ ਬਣਾਉਣ ਲੱਗ ਗਿਆ, ਨਿਉ ਬੜੀ ਡੂੰਘੀ ਰੱਖੀ, ਜਿਹਦੀ ਬਹੁਤੀ ਡੂੰਘੀ ਨਿਉ ਉਸ ਮਕਾਨ ਨੂੰ ਕੋਈ ਛੇੜ ਨਹੀਂ ਸਕਦਾ। ਸਿੱਖੀ ਦੇ ਮਕਾਨ ਦੀ ਬਹੁਤੀ ਡੂੰਘੀ ਨਿਉ ਹੈ, ਇਹਨੂੰ ਅੱਜ ਤੱਕ ਕਿਸੇ ਨੇ ਕੁਝ ਨਹੀਂ ਕਿਹਾ, ਭਾਵੇਂ ਹਨੇਰੀਆਂ ਜ਼ਰੂਰ ਆਈਆਂ, ਹਨੇਰੀਆਂ ਜ਼ਰੂਰ ਆਈਆਂ, ਪਰ ਸੱਚ ਜਾਣਿਓ ਸਿੱਖੀ ਦਾ ਮਹਿਲ ਜਿਉਂ ਦਾ ਤਿਉਂ ਖੜਾ ਹੈ। ਦਰਖਤ ਦੇ ਡਾਣੇ ਛਾਂਗ ਦਿਓ ਤੁਸੀਂ ਆਲੇ ਦਾਲੇ, ਥੋੜੇ ਚਿਰ ਬਾਅਦ ਫਿਰ ਫੁੱਟ ਆਉਣਗੇ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਅੱਜ ਵੀ ਬਹੁਤੇ ਐਸੇ ਨੇ ਜਿਹੜੇ ਸਿੱਖੀ ਨੂੰ ਸਾਂਭੀ ਬੈਠੇ। ਮੈਂ ਕੱਲ ਅਰਜ਼ ਕਰਕੇ ਗਿਆ ਸੀ ਤੁਹਾਡੇ ਕੋਲੇ, ਝਨੀਰ ਤੋਂ ਅੱਗੇ ਮਾਲੂ ਕਾ ਫੱਤਾ ਪਿੰਡ ਹੈ, ਉੱਥੇ ਕੱਲ ਕੇਸ ਮੁਕਾਬਲੇ ਸੀ ਸਾਡੀ ਸਭਾ ਵੱਲੋਂ, ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ। ਉੱਥੇ ਅਸੀਂ ਕੱਲ ਬੱਚਿਆਂ ਦੇ ਕੇਸ ਦੇਖੇ। ਇੱਕ ਬੱਚੇ ਦੇ 4 ਫੁੱਟ 16 ਇੰਚ ਦੇ ਕੇਸ ਦੇ, ਸਭ ਤੋਂ ਲੰਬੇ, ਜਿਹਦੇ ਵਿੱਚ 4100 ਰੁਪਈਆ ਉਹਨੂੰ ਦਿੱਤਾ ਗਿਆ ਤੇ ਨਾਲ ਨਾਲ ਇੱਕ ਚਾਂਦੀ ਦਾ ਮੈਡਲ ਦਿੱਤਾ ਗਿਆ। ਤੇ ਹੋਰ ਬੱਚੇ ਉਦੋਂ ਛੋਟੇ ਨਾਮ ਵਾਲੇ ਸੀ, ਜਾਣੀ ਦੇਖਿਆ ਸੀ, ਫੋਟੋਆਂ ਵੀ ਲੈ ਕੇ ਆਏ ਉਹਦੀਆਂ ਖਿੱਚ ਕੇ। ਕੇਸ ਖੜੇ ਦੇ
ਐ ਥੱਲੇ ਧਰਤੀ ਦੇ ਨਾਲ ਲੱਗਦੇ ਸੀ। ਤੇ ਕੱਲ ਫਿਰ ਭਾਈ ਤਾਰੂ ਸਿੰਘ ਜੀ ਦਾ ਪਾਵਨ ਪਿਤਰਾਗਮਨ ਪੁਰਬ ਸੀ, ਜਿਹਨੇ ਕੇਸ ਨਹੀਂ ਕਤਲ ਕਰਾਏ, ਖੁੱਪਰ ਉਤਾਰ ਦਿੱਤਾ। ਚਲੋ ਖੈਰ ਆਪਣੀ ਵਿਚਾਰਨਾ ਉੱਥੇ ਜੋੜੋ। ਅੱਜ ਉਹ ਵੱਡੀ ਨਿਉ ਪੱਟ ਕੇ ਮਹਿਲ ਬਣਾਤਾ। ਭਗਤ ਨਾਮਦੇਵ ਜੀ ਕਾਫੀ ਸਮੇਂ ਬਾਅਦ ਆਏ, ਦੇਖਿਆ ਛੰਨ ਜੀ ਅੱਧੀ ਕਿਧਰੇ ਖਿੰਡੀ ਪਈ, ਅੱਧੀ ਕਿਧਰੇ ਖਿੰਡੀ ਪਈ ਹੈ। ਭਗਤ ਜੀ ਕਹਿੰਦੇ ਇੱਥੇ ਮੇਰੀ ਰਾਮ ਕੁਟੀਆ ਸੀ। ਕਹਿੰਦੇ ਕਿਹੜੀ ਕੁਟੀਆ, ਕੰਮ ਕਰ। ਚਲੋ ਭਗਤ ਜੀ ਕੋਈ ਕਹਿੰਦੇ ਅਸੀਂ ਕਿਤੇ ਹੋਰ ਬਹਿ ਜਾਂਦੇ ਹਾਂ ਭਾਈ, ਪਰ ਮਾੜੀ ਗੱਲ ਕਰੀ, ਇੱਥੇ ਮੇਰੀ ਰਾਮ ਕੁਟੀਆ ਸੀ। ਬਾਬਾ ਅਤਰ ਸਿੰਘ ਮਹਾਰਾਜ ਜੀ ਕਹਿਣ ਲੱਗੇ ਸ਼ਾਹੂਕਾਰ ਕੁਰਸੀ ਉੱਤੇ ਬੈਠਾ, ਕਹਿੰਦਾ ਜਾ ਜਾ ਤੇਰੇ ਵਰਗੇ 3600 ਬੂਬਣੇ ਤੁਰੇ ਫਿਰਦੇ ਆ। ਭਗਤ ਨਾਮਦੇਵ ਜੀ ਕਹਿੰਦੇ ਚਲੋ ਤੇਰੀ ਮਰਜ਼ੀ ਹੈ, ਪਰ ਮੈਂ ਤਾਂ ਇਹਦੇ ਵਿੱਚ ਬੈਠ ਕੇ ਰਾਮ ਰਾਮ ਕਰਦਾ ਸੀ, ਪ੍ਰਮਾਤਮਾ ਦੀ ਬੰਦਗੀ ਕਰਦਾ ਸੀ। ਰੱਬ ਦੇ ਫਕੀਰ ਕਹਿੰਦੇ ਜਦੋਂ ਬੰਦਗੀ ਕਰਦਿਆਂ ਕਰਦਿਆਂ ਕਈ ਵਾਰੀ ਕੋਈ, ਮੈਂ ਅਰਜ਼ ਕਰ ਰਿਹਾ ਸੀ ਨਾਲ ਨਾਲ ਜੜ ਭਰਤ ਰਿਸ਼ੀ ਜੀ ਦੀ, ਜਿਹੜੇ ਦਰਖਤ ਥੱਲੇ ਰਹਿੰਦੇ ਨੇ, ਕਦੇ ਜੇ ਕੋਈ ਕੁਝ ਮਿਲ ਗਿਆ ਤਾਂ ਪਾ ਲਿਆ, ਤੇ ਨਹੀਂ ਬਸ ਜੰਗਲਾਂ ਦੇ ਵਿੱਚ ਰਹਿੰਦੇ ਨੇ, ਫਲ ਫੁੱਲ ਖਾ ਕੇ ਆਪਣਾ ਗੁਜ਼ਾਰਾ ਕਰ ਦਿੰਦੇ ਨੇ। ਇੰਨੀ ਕੁ ਭਗਤੀ ਵਿੱਚ ਮਗਨ ਹੋ ਗਏ ਵੀ ਜਾਨਵਰ ਉਹਨਾਂ ਦੇ ਨਾਲ ਖਹਿ ਖਹਿ ਕੇ ਲੰਘਦੇ ਨੇ। ਅੱਜ ਜੜ ਭਰਤ ਰਿਸ਼ੀ ਜੀ ਕੋਲੇ ਇੱਕ ਮਿਰਗਣੀ ਆ ਗਈ, 84 ਦਾ ਕੀੜਾ ਮਿਰਗਣੀ। ਉਹ ਮਿਰਗਣੀ ਭਗਤ ਜੜ ਭਰਤ ਰਿਸ਼ੀ ਜੀ ਕੋਲੇ ਆ ਗਈ, ਰੋਜ਼ ਕੋਲ ਬੈਠ ਜਾਂਦੀ ਹੈ, ਦਰਸ਼ਨ ਕਰਦੀ ਹੈ। ਤੇ ਭਗਤ ਜੀ ਦਾ ਜਿਹੜਾ ਖਿਆਲ ਹੈ ਉਹ ਜਿਹੜਾ ਮਿਰਗਣੀ ਦੇ ਕਿੰਨੀ ਲੱਗ ਗਿਆ। ਜਦੋਂ ਉਹਦੇ ਕਿੰਨੀ ਖਿਆਲ ਜੁੜ ਗਿਆ ਤੇ ਭਗਤੀ ਬੰਦਗੀ ਕਿੰਨੀ ਉਹ ਘਟ ਗਿਆ, 54 ਕੇ ਘਟ ਗਿਆ, 75 ਪੈਸੇ ਉਧਰ ਆ ਗਿਆ, 25 ਪੈਸੇ ਇੱਧਰ ਆ ਗਏ। ਉਹ ਜੰਗਲ ਵਿੱਚ ਜਾਂਦੀ ਹੈ ਤੇ ਜਾਂਦਿਆਂ ਜਾ ਕੇ ਸਾਰਾ ਦਿਨ ਜੰਗਲ ਵਿੱਚ ਰਹਿ ਕੇ ਆ ਕੇ ਸ਼ਾਮ ਨੂੰ ਜੜ ਭਰਤ ਰਿਸ਼ੀ ਜੀ ਕੋਲੇ ਉਹ ਜਿਹੜੀ ਮਿਰਗਣੀ ਬੈਠ ਜਾਂਦੀ ਹੈ। ਤੇ ਇੱਕ ਦਿਨ ਉਹ ਮਿਰਗਣੀ ਕਿਤੇ ਕਾਰਨ ਕਰਕੇ ਜਿਹੜੀ ਉਹ ਜਾਨਵਰ ਸੀ ਬਿਮਾਰ ਹੋ ਗਿਆ। ਜੜ ਭਰਤ ਰਿਸ਼ੀ ਜੀ ਨੇ ਬੜੀਆਂ ਜੜੀਆਂ ਬੂਟੀਆਂ ਦਿੱਤੀਆਂ, ਪਰ ਠੀਕ ਨਾ ਹੋਈ। ਵਕਤੇ ਖੀਰ ਕਹਿੰਦੇ ਉਹ ਮਿਰਗਣੀ ਮਰ ਗਈ। ਭਗਤ ਜੜ ਭਰਤ ਰਿਸ਼ੀ ਜੀ ਨੇ ਦੇਖਿਆ ਉਹ ਬੜਾ ਪਿਆਰ ਸੀ ਮੇਰਾ, ਉਧਰ ਭੁੱਲ ਗਿਆ ਪਰਮਾਤਮਾ ਦੇ ਕਿੰਨੀ ਭੁੱਲ ਕੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਉਧਰ ਭੁੱਲ ਗਿਆ ਸਾਰਾ ਕੁਝ। ਰੱਬ ਦਾ ਫਕੀਰ ਸੀ ਜ਼ਰੂਰ, ਪਰ ਰੱਬ ਦੀ ਮਾਇਆ ਐਸੀ ਹੈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰ ਭਰਮਾਵੇ ਸਾਂਗ ਕਰਕੇ ਸਿੱਖ ਵਿਚਾਰੇ। ਕਹਿੰਦੇ ਜੇ ਗੁਰੂ ਪਰਮਾਤਮਾ ਆਪਣੀ ਮਾਇਆ ਪਾ ਦੇਵੇ ਨਾ, ਕਹਿੰਦੇ ਫਿਰ ਮਨੁੱਖ ਸਭ ਕੁਝ ਭੁੱਲ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਕਿਵੇਂ ਭੁੱਲ ਜੂਗਾ? ਕਹਿੰਦੇ ਨਹੀਂ ਨਹੀਂ ਭੁੱਲ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਵਿਚਾਰ ਕੱਲ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਜੜ ਭਰਤ ਰਿਸ਼ੀ ਜੀ ਨੇ ਰੋਟੀ ਛੱਡ ਦਿੱਤੀ, ਪ੍ਰਸ਼ਾਦਾ ਛੱਡ ਦਿੱਤਾ, ਕੁਝ ਨਹੀਂ ਖਾਂਦੇ ਬਸ। ਅੱਜ 15-20 ਦਿਨ ਹੋ ਗਏ ਬੈਠਿਆਂ ਨੂੰ, ਉਸ ਮਿਰਗਣੀ ਦਾ ਹੀ ਧਿਆਨ ਧਰੀ ਬੈਠਿਆ। ਇਹ ਵਿਚਾਰੀ ਮੇਰੇ ਕੋਲ ਰਹਿੰਦੀ ਸੀ, ਅੱਜ ਇਹ ਚੜ੍ਹਾਈ ਕਰ ਗਈ। ਪਰਮਾਤਮਾ ਦੇ ਘਰੋਂ ਆਈ ਆਵਾਜ਼, ਓ ਰਿਸ਼ੀਆ ਤੂੰ ਤਾਂ ਚੰਗਾ ਭਲਾ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਜਪਦਾ ਸੀ, ਤੇਰਾ ਧਿਆਨ ਕਿੱਧਰਲੇ ਪਾਸੇ ਚੱਲਿਆ ਗਿਆ? ਬਸ ਉਹ ਬੈਠੇ ਰੋਈ ਜਾਂਦੇ ਨੇ ਮਿਰਗਣੀ ਯਾਦ ਵਿੱਚ। ਕਹਿੰਦੇ ਜੇ ਤੇਰਾ ਇਸ ਮਿਰਗਣੀ ਨਾਲ ਇੰਨਾ ਮੋਹ ਪੈ ਗਿਆ ਨਾ, ਅਗਲਾ ਜਨਮ ਤੈਨੂੰ ਮਿਰਗਣੀ ਦੇ ਪੇਟ ਵਿੱਚੋਂ ਲੈਣਾ ਪਵੇਗਾ। ਸਤਿਗੁਰੂ ਜੀ ਕਹਿਣ ਲੱਗੇ ਬੜੇ ਪਿਆਰ ਵਿੱਚ, ਜਦੋਂ ਬੰਦਗੀ ਜ਼ਰੂਰ ਕਰੀ, ਭਗਤੀ ਜ਼ਰੂਰ ਕਰੀ, ਪਰ ਪੈ ਗਿਆ ਕਿਹੜੇ ਰਾਹ? ਅਗਲਾ ਜਨਮ ਜੜ ਭਰਤ ਰਿਸ਼ੀ ਜੀ ਦਾ ਉਸ ਮਿਰਗਣੀ ਦੇ ਪੇਟ ਵਿੱਚੋਂ ਜਿਹੜਾ ਉਹ ਪੈਦਾ ਹੋਇਆ। ਮਹਾਰਾਜ ਜੀ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਾਲ ਬਾਲ ਹੋਤਾ ਰਹਿ। ਇਹ ਨਾ ਭਗਤ ਜੈਦੇਵ ਜੀ ਹੋਏ ਨੇ, 15 ਭਗਤਾਂ ਵਿੱਚੋਂ। ਉਹਨਾਂ ਦਾ ਸ਼ਲੋਕ ਕੇਵਲ ਇੱਕੋ ਹੀ ਹੈ, ਪਰ ਇਹ ਹੈ ਵੀ ਜਿਹਨੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਦੇ ਆ ਨਾ, ਸਾਰੇ ਦਾ ਸਾਰਾ ਸੰਪੂਰਨ। ਤੇ ਜਿਹਾ ਜਿਹਾ
ਉਹਦੀਆਂ 20 ਪੰਗਤੀਆਂ ਨੇ, 20 ਲਾਈਨਾਂ ਜੈਦੇਵ ਦੇ ਪਦੇ ਦੀਆਂ। ਉਹਨੂੰ ਜੈਦੇਵ ਦਾ ਪਦਾ ਆਖਦੇ ਹਨ। ਜਿਹੇ ਜਿਹਾ ਪੂਰੀ ਮਿਹਨਤ ਕਰਕੇ ਕਿਸੇ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹ ਲਿਆ, ਜਿਸ ਨੇ ਇੱਕ ਭਗਤ ਜੈਦੇਵ ਜੀ ਦਾ ਪਦਾ ਪੜ੍ਹ ਲਿਆ, ਬਸ ਇੰਨੀ ਮਹਿੰਗੀ ਬਾਣੀ ਆ ਉਹ। ਉਹਦੇ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਸਮਾਂ ਅੰਤ ਦਾ ਹੋਵੇ ਤੇ ਉਧਰ ਮਨੁੱਖ ਦੇ ਸਵਾਸ ਨਿਕਲਦੇ ਹੋਣ, ਕਹਿੰਦੇ ਜਿਹੋ ਜਿਹਾ ਕੋਈ ਖਿਆਲ ਆ ਤਾਂ ਮਨ ਵਿੱਚ ਉਹਨੂੰ ਉਹੋ ਜਿਹੀ ਜੂਨੀ ਧਾਰਨੀ ਪੈ ਜਾਂਦੀ ਹੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਾਲ ਬਾਲ ਉਤਰੈ। ਕਹਿੰਦੇ ਬੰਦਾ ਉਧਰ ਸਮਾਂਤ ਦਾ ਹੋਵੇ, ਉਧਰ ਕਹੇ ਮੈਂ ਏਡਾ ਮਹਿਲ ਬਣਾਇਆ ਯਾਰ, ਇਹ ਤਾਂ ਇੱਥੇ ਹੀ ਰਹਿ ਗਿਆ। ਕਹਿੰਦੇ ਪ੍ਰਮਾਤਮਾ ਕਹਿੰਦਾ ਜੇ ਤੈਨੂੰ ਮਹਿਲਾਂ ਨਾਲ ਇੰਨਾ ਪਿਆਰ ਹੀ ਹੈ ਨਾ, ਚੱਲ ਫਿਰ ਉਹਨਾਂ ਮਹਿਲਾਂ ਦੇ ਵਿੱਚ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਕਹਿੰਦੇ ਚੱਲ ਫਿਰ ਉਹਨਾਂ ਮਹਿਲਾਂ ਦੇ ਵਿੱਚ। ਫਿਰ ਉਹ ਕਹਿੰਦੇ ਨਹੀਂ ਲੋਕ ਵੀ ਇੱਥੇ ਸਾਨੂੰ ਬਦਰੂਹਾਂ ਤੰਗ ਕਰਦੀਆਂ ਨੇ ਜੀ, ਹੈ ਐਸੀ ਗੱਲ ਨਹੀਂ, ਸਭ ਕੁਝ ਹੈ। ਹਾਂ ਬਸ ਇਹ ਹੈ ਵੀ ਇੱਕ ਬੰਦਾ 10ਵੀਂ ਦੀ ਪੜ੍ਹਾਈ ਪੜ੍ਹਦਾ, ਇੱਕ ਪਹਿਲੀ ਦੀ ਪੜ੍ਹਾਈ ਪੜ੍ਹਦਾ। ਸਤਿਗੁਰੂ ਜੀ ਕਹਿੰਦੇ ਜਿਹੜੇ ਮੇਰੇ ਗੁਰਸਿੱਖ ਨੇ ਉਹ 10ਵੀਂ ਦੀ ਪੜ੍ਹਾਈ ਵਾਲੇ ਨੇ। ਭੂਤ ਪ੍ਰੇਤ ਨਾਂ ਦੀ ਚੀਜ਼ ਨਹੀਂ ਹੈ, ਇਹ ਹੈ ਵੀ ਚੀਜ਼ਾਂ, ਸਭ ਕੁਝ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਲੱਗਦੀਆਂ ਕਿਹਨੂੰ ਨੇ, ਚਿੰਬੜਦੀਆਂ ਕਿਹਨੂੰ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਨੂੰ ਲੱਗਦੀਆਂ ਨੇ ਜਿਹੜੇ ਪਰਮਾਤਮਾ ਦੇ ਨਾਮ ਤੋਂ ਦੂਰ ਹਨ। ਪੜ੍ਹਾਈ ਕਰਦਿਆਂ ਕਰਦਿਆਂ 10ਵੀਂ ਵੀ ਚਲੇ ਗਏ, ਉਹਨਾਂ ਨੂੰ ਹੁਣ ਦੂਜੀ ਪਹਿਲੀ ਦੂਜੀ ਦੀ ਪੜ੍ਹਾਈ ਕੋਈ ਔਖੀ ਨਹੀਂ ਲੱਗਦੀ। ਉਹ ਕਹਿੰਦੇ ਫੜਾ ਲੈ ਹੁਣ ਪੜ੍ਹ ਦਿੰਦੇ ਆ। ਉਹ ਕਹਿੰਦੇ 10ਵੀਂ 'ਚ ਪੜ੍ਹਦਾ, ਕਹਿੰਦੇ ਹਾਂ ਲੈ ਅਖਬਾਰ ਪੜ੍ਹ ਕੇ ਸੁਣਾ। ਕਹਿੰਦਾ ਲੈ ਹੁਣ ਉਹਨੇ ਸਿਰੇ ਤੋਂ ਸਿਰੇ ਪੜ੍ਹ ਕੇ ਸੁਣਾਤਾ। ਹੁਣ ਪਹਿਲੀ ਵਾਲੇ ਅੱਗੇ ਅਖਬਾਰ ਰੱਖ ਦਿੱਤਾ, ਕਹਿੰਦਾ ਤੂੰ ਪੜ੍ਹ ਕੇ ਸੁਣਾ। ਉਹ ਕਹਿੰਦਾ ਨਹੀਂ ਮੇਰੇ ਵੱਸ ਦੀ ਗੱਲ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਫੜਨਾ ਕਿਵੇਂ ਹੈ, ਸਿੱਧਾ ਕਿੱਧਰ ਨੂੰ ਹੈ ਪੁੱਠਾ ਕਿੱਧਰ ਨੂੰ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਨੇ ਮਨੁੱਖ, ਉਹਨਾਂ ਨੂੰ ਇਹ ਚੀਜ਼ਾਂ ਕੁਝ ਨਹੀਂ ਕਰਦੀਆਂ। ਬਾਕੀ ਹੈ, ਬਾਕੀ ਇਹ ਸਭ ਚੀਜ਼ਾਂ ਹੈ। ਤੇ ਅੱਜ ਜੜ ਭਰਤ ਰਿਸ਼ੀ ਦਾ ਅਗਲਾ ਜਨਮ ਫਿਰ ਉਸ ਮਿਰਗਣੀ ਦੇ ਪੇਟ ਵਿੱਚ ਹੋਇਆ। ਤੇ ਸੱਚੇ ਪਾਤਸ਼ਾਹ ਕਹਿੰਦੇ ਉਧਰ ਭਗਤ ਨਾਮਦੇਵ ਦੀ ਛੰਨ ਢਾਤੀ, ਕਹਿੰਦੇ ਬਹਿ ਗਏ ਵਿਚਾਰੇ। ਉਹ ਕਹਿੰਦੇ ਸਾਡੇ ਨਾਲ ਤੂੰ ਐਂ ਕਰ, ਕਿਸੇ ਤਕੜੇ ਬੰਦੇ ਨਾਲ ਪੰਗਾ ਲੈ ਕੇ ਦੇਖ। ਕਹਿੰਦੇ ਗਰੀਬ ਨੂੰ ਗਾਲਾਂ ਕੱਢ ਕੇ, ਗਰੀਬ ਨੂੰ ਗਲਤ ਬਲਤ ਬੋਲ ਕੇ ਉਹਦਾ ਕੀ ਫਾਇਦਾ, ਕੋਈ ਬਰਾਬਰ ਦੇ ਨਾ ਲਓ ਪੰਗਾ। ਸਾਡੇ ਉੱਥੇ ਟਿੱਬਾ ਸਾਹਿਬ ਗੁਰਦੁਆਰੇ ਮੈਨੇਜਰ ਹੈ, ਉਹ ਕਹਿੰਦੇ ਹੁੰਦੇ ਸੀ ਬੜੇ ਪਿਆਰ ਵਿੱਚ ਆ ਕੇ, ਕਹਿੰਦੇ ਭਾਈ ਵੀ ਕਿਸੇ ਗਰੀਬ ਨੂੰ ਮਾੜਾ ਬੋਲ ਦੋ, ਕਹਿੰਦੇ ਉਹਦਾ ਕਿਹੜਾ ਕੋਈ ਉਜਰਾ, ਉਹਨੇ ਕੁਛ ਨਹੀਂ ਕਹਿਣਾ। ਉਹ ਕਹਿੰਦੇ ਚੱਲ ਕੋਈ ਨਹੀਂ ਯਾਰ ਕਹਿ ਲੈ, ਹੋਰ ਕਹਿ ਲੈ, ਇੱਕ ਦੋ ਹੋਰ ਕਹਿ ਲੈ। ਉਹ ਕਹਿੰਦਾ ਮੇਰੀ ਧਿਰ ਪਿੱਛੇ ਬੈਠੀ ਹੈ। ਤੇ ਜਿਹੜਾ ਹੋਊਗਾ ਬਰਾਬਰ ਦਾ ਉਹ ਕਹੂਗਾ ਬਾਹਰ ਨਿਕਲ ਤੂੰ ਮੜਾ ਜਾ, ਲਾਈ ਹੋਈ ਹੈ ਮੇਰੀ ਕਿਰਪਾਨ ਜਿਹੜੀ ਸ਼ੈਣ ਤੇ ਲਾਈ ਹੋਈ ਆ, ਹੁਣੀ ਵੜਦਾ ਤੇਰਾ ਗਾਟਾ। ਬਰਾਬਰ ਦੇ ਦੀ ਗੱਲ ਕਰਦਾ ਮੈਂ। ਗਰੀਬ ਹੱਥ ਬੰਨ ਕੇ ਕਹਿੰਦਾ ਚਲੋ ਕੋਈ ਨਹੀਂ ਯਾਰ ਫਿਰ ਕੀ ਗੱਲ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਪਰ ਇਹ ਤੈਂ ਵਧੀਆ ਨਹੀਂ ਕਰਿਆ। ਬਾਬਾ ਤਰ ਸਿੰਘ ਮਹਾਰਾਜ ਜੀ ਪਿਆਰ ਵਿੱਚ ਆ ਕੇ ਕਹਿੰਦੇ ਸ਼ਾਹੂਕਾਰਾ ਗੱਲ ਸੁਣ, ਉਹ ਸ਼ਾਹੂਕਾਰਾ ਵੀ ਰਹਿਣਾ ਨੀ ਤੇਰੇ ਮੰਦਰਾਂ ਨੇ, ਹਰ ਰਹਿਣਾ ਨੀ ਤੇਰੇ ਮੰਦਰਾਂ ਨੇ। ਸ਼ਾਹੂਕਾਰਾ ਰਹਿਣਾ ਨੀ ਤੇਰੇ ਮੰਦਰਾਂ ਨੇ, ਸ਼ਾਹੂਕਾਰਾ ਰਹਿਣਾ ਨੀ ਤੇਰੇ ਮੰਦਰਾਂ ਨੇ, ਸ਼ਾਹੂਕਾਰਾ ਰਹਿਣਾ ਨੀ ਤੇਰੇ ਮੰਦਰਾਂ ਨੇ, ਸ਼ਾਹੂਕਾਰਾ ਰਹਿਣਾ ਨੀ ਤੇਰੇ ਮੰਦਰਾਂ ਨੇ। ਉਹ ਰਾਜਾ ਮਹਿਲ ਬਣਾ ਲੈ ਆਪਣੇ, ਢਾਕ ਮੇਰੀ ਰਾਮ ਕੁਟੀਆ, ਰਾਜਾ ਮਹਿਲ ਬਣਾ ਲੈ ਆਪਣੇ, ਢਾਕ ਮੇਰੀ ਰਾਮ ਕੁਟੀਆ। ਉਹ ਮਹਿਲ ਬਣਾ ਲੈ ਆਪਣੇ, ਢਾਕ ਮੇਰੀ ਰਾਮ ਕੁਟੀਆ, ਮਹਿਲ ਬਣਾ ਲੈ ਆਪਣੇ, ਢਾਕ
ਮਹਿਲ ਬਣਾਵੇ ਰਾਜਾ ਆਪਣੇ ਹੋਟਾ ਕੇ ਮੇਰਾ ਗੁੜੀਆ। ਭਗਤ ਨਾਮਦੇਵ ਜੀ ਕਹਿੰਦੇ ਤੈ ਚੰਗੀ ਗੱਲ ਨਹੀਂ ਕਰੀ, ਬਾਕੀ ਚਲੋ ਤੇਰੀ ਮਰਜ਼ੀ ਹੈ, ਰਹਿ, ਮੈਂ ਤਾਂ ਕਿਤੇ ਹੋਰ ਜਾ ਕੇ ਆਪਣੀ ਇਹ ਛੱਪੜੀ ਬਣਾ ਲੂੰਗਾ। ਫਿਰ ਉੱਥੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਿਆ ਜਿਹਦੇ ਵਿੱਚ ਬਹੁਤ ਵੱਡਾ ਗਿਆਨ ਛੁਪਿਆ ਹੋਇਆ। ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤਰਨ ਧਰ ਮੂੰਹ ਡਬਲਾਏ। ਮਾਰ ਕੰਡਾ ਰਿਸ਼ੀ ਹੋਇਆ ਜਿਹਦੀ 4 ਯੁੱਗ ਦੀ ਆਰਜਾ, 4 ਯੁੱਗ ਦੀ, 100 ਸਾਲ ਦਾ ਇੱਕ ਯੁੱਗ, 400 ਸਾਲ ਦੀ ਉਮਰ ਹੋਈ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤਰਨ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ। ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਮੇਰੀ ਮੇਰੀ ਕਹਿਰੋਂ ਕਰਤੇ, ਦਰਜੋਧਨ ਸੇ ਭਾਈ। 12 ਜੋਜਨ ਛਤਰ ਚੱਲੇ, ਥਾ ਦੇਹੀ ਗਿਰਜ ਨਾ ਖਾਈ, ਦੇਹੀ ਗਿਰਜ ਨ ਖਾਈ। ਅੱਗੇ ਸੱਚੇ ਪਾਤਸ਼ਾਹ ਮਹਾਰਾਜ ਉਸ ਇੱਕ ਮਹਾਨ ਰਾਜੇ ਦੀ ਗੱਲ ਕਰਦੇ ਜਿਹੜਾ ਵਰਲਡ ਦਾ ਸਭ ਤੋਂ ਵੱਡਾ ਰਾਜਾ ਸੀ, ਜਿਹਦਾ ਘਰ ਵੀ ਸੋਨੇ ਦਾ, ਜਿਹਦੇ ਭਾਂਡੇ ਵੀ ਸੋਨੇ ਦੇ, ਜਿਹਦੇ ਉਹ ਪੈਣ ਵਾਲੇ ਮੰਜੇ ਵੀ ਸੋਨੇ ਦੇ, ਜਿਹਦੇ ਮੈਂ ਉਹ ਰਾਜ ਦੇ ਵਿੱਚ ਰਹਿਣ ਵਾਲੀ ਪਰਜਾ ਸੀ ਉਹਨਾਂ ਦੇ ਘਰ ਵੀ ਸੋਨੇ ਦੇ। ਉਹਦਾ ਬਹੁਤ ਵੱਡਾ ਮਹਿਲ ਬਣਿਆ, ਉਹ ਵੀ ਸਾਰਾ ਸੋਨੇ ਦਾ ਬਣਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਉਹਦਾ ਵੀ ਜ਼ਿਕਰ ਕਰਿਆ। ਸਰਵ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਕਹਾਂ ਭਇਓ ਦਰਬੰਦੇ ਹਾਥੀ, ਖਿਨਵੇਂ ਭਈ ਪਰਾਈ। ਕਹਿੰਦੇ 7 ਗੇਟ ਨੇ, 7 ਗੇਟਾਂ ਉੱਤੇ ਹਾਥੀ ਝੂਲਦੇ ਨੇ। ਕਹਿੰਦੇ ਜਦੋਂ ਰਾਵਣ ਮਰ ਗਿਆ ਉਹਦਾ ਨਾ ਵਰਤਾਂਤ ਜਿਹੜਾ ਹੈ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਵਰਣਨ ਕਰਿਆ। ਕਹਿੰਦੇ 1 ਲੱਖ ਪੂਤ 1.25 ਲੱਖ ਨਾਤੀ, 1 ਲੱਖ ਪੁੱਤਰ ਸੀ ਤੇ 1.25 ਲੱਖ ਪੋਤਰਾ ਸੀ। ਕਹਿੰਦੇ ਤਿੰਨੇ ਲੋਕਾਂ ਦੀਆਂ ਜਿਹੜੀਆਂ ਸਭ ਤੋਂ ਸੋਹਣੀਆਂ ਇਸਤਰੀਆਂ ਸੀ ਉਸ ਰਾਵਣ ਦੇ ਘਰ ਦੇ ਵਿੱਚ ਸੀ, 3 ਲੋਕਾਂ ਦੀਆਂ। ਤੇ ਰਾਵਣ ਦੇ ਉਹਨੇ ਹੰਕਾਰ ਦੇ ਵਿੱਚ ਉਹਦੇ ਦੇਖਦਿਆਂ ਦੇਖਦਿਆਂ ਸਾਰਾ ਪਰਿਵਾਰ ਮਰ ਗਿਆ, ਸਾਰਾ ਪਰਿਵਾਰ ਮਰ ਗਿਆ। ਵਕਤੇ ਅਖੀਰ ਇਕੱਲਾ ਰਹਿ ਗਿਆ, ਹਾਰ ਨਹੀਂ ਮੰਨੀ। ਦੇਖੋ ਕਿੱਡਾ ਵੱਡਾ ਜਿਗਰਾ ਸੀ ਉਸ ਰਾਵਣ ਦਾ, ਹਾਰ ਨਹੀਂ ਮੰਨੀ। ਰਥ ਤਿਆਰ ਕਰ ਲਿਆ, ਸੈਨਾ ਤਿਆਰ ਕਰ ਲਈ, ਰਥ ਦੇ ਉੱਤੇ ਬੈਠ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇੰਨਾ ਸੋਹਣਾ ਵਰਣਨ ਕਰਦੇ ਨੇ ਇੱਥੇ, ਉਹਨਾਂ ਨੇ ਲਿਖਿਆ। ਕਹਿੰਦੇ ਰਾਵਣ ਨੇ ਆਖਿਆ ਜਦੋਂ ਆਪਣੇ ਮਹਿਲ ਤੋਂ ਬਾਹਰ ਚਲੇ ਗਿਆ, ਕਹਿੰਦਾ ਮੈਨੂੰ ਪਤਾ ਹੈ ਹੁਣ ਮੈਂ ਜਿਉਂਦਾ ਨਹੀਂ ਰਹਿਣਾ, ਪਰ ਜਾਨਵਰੋ ਮੇਰੀ ਇੱਕ ਗੱਲ ਸੁਣ ਲਿਓ। ਜਦੋਂ ਉਹ ਜੰਗਸ਼ਾਲਾ ਵਿੱਚ ਮਰੇ ਪਏ ਸੀ ਨਾ, ਉੱਥੇ ਕੁੱਤੇ ਵੀ ਆ ਗਏ, ਗਿਰਜਾਂ ਵੀ ਆ ਗਈਆਂ ਮਾਸ ਖਾਣ ਵਾਸਤੇ। ਕਹਿੰਦੇ ਰਾਵਣ ਨੇ ਆਪਣੇ ਬਾਰ ਵਿੱਚ ਖੜ ਕੇ, 10ਵੇਂ ਪਾਤਸ਼ਾਹ ਮਹਾਰਾਜ ਜੀ ਲਿਖਦੇ ਨੇ, ਕਹਿੰਦੇ ਆਪਣੇ ਬਾਰ ਵਿੱਚ ਖੜ ਕੇ ਰਾਵਣ ਨੇ ਆਖਿਆ ਇੱਲਾਂ ਤੇ ਕੁੱਤਿਆਂ ਨੂੰ, ਕਹਿੰਦੇ ਮੇਰੀ ਗੱਲ ਸੁਣ ਲਓ, ਜੇ ਅਗਰ ਮੈਂ ਮਰ ਵੀ ਗਿਆ ਨਾ ਜੰਗਸ਼ਾਲਾ ਵਿੱਚ, ਤੁਸੀਂ ਮੇਰਾ ਮਾਸ ਖਾ ਲਿਓ ਸਾਰਾ ਨੋਚ ਨੋਚ ਕੇ। ਰਾਮਾ ਅਵਤਾਰ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਜੇ 3 ਹਿੱਸੇ ਜਿਹੜੇ ਨਾ ਉਹ ਭਗਵਾਨ ਰਾਮ ਜੀ ਦੀ ਉਸਤਤ ਵਿੱਚ 10ਵੇਂ ਗ੍ਰੰਥ ਸਾਹਿਬ ਜੀ ਦੇ। ਕਹਿੰਦੇ ਰਾਵਣ ਨੇ ਬਾਰ 'ਚ ਖੜ ਕੇ ਕਿਹਾ ਗੱਲ ਸੁਣ ਲਓ, ਮਾਸ ਖਾ ਲਿਓ। ਕੁੱਤਿਆਂ ਨੂੰ ਵੀ ਕਹਿਤਾ ਤੁਸੀਂ ਵੀ ਖਾ ਲਿਓ, ਗਿਰਜਾਂ ਨੂੰ ਕਹਿਤਾ ਤੁਸੀਂ ਵੀ ਖਾ ਲਿਓ, ਪਰ ਉਹਦੇ ਵਿੱਚ ਸ਼ਰਤ ਇੱਕ ਹੈ, ਮੈਂ ਏਡਾ ਵੱਡਾ ਬਹਾਦਰ ਹਾਂ। ਗਿਰਜਾ ਨੂੰ ਕਹਿਣ ਲੱਗਿਆ ਕਿਤੇ ਮੇਰੀ ਮਾਸ ਦੀ ਬੋਟੀ ਲੈ ਕੇ ਮੁੜ ਕੇ ਲੰਕਾ ਕਿਦੀ ਨੂੰ ਨਾ ਮੂੰਹ ਕਰਿਓ, ਮੈਂ ਸੂਰਮਾ, ਮੇਰੇ ਮਾਸ ਦੀ ਬੋਟੀ ਲੈ ਕੇ ਉੱਡ ਹੋਰ ਪਾਸੇ ਜਾਇਓ, ਪਰ ਲੰਕਾ ਕਿੰਨੀ ਨੂੰ ਵਾਪਸ ਨਾ ਆਇਓ। ਐਡਾ ਵੱਡਾ ਜਿਹੜਾ ਉਹ ਯੋਧਾ ਵੀ ਸੀ ਤੇ ਨਾਲ ਨਾਲ ਹੰਕਾਰੀ ਵੀ ਸੀ। ਮਹਾਰਾਜ ਜੀ ਕਹਿੰਦੇ ਸਰਵ ਸੋਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਕਹਾਂ ਭਇਓ ਦਰ ਵਾਧੇ ਹਾਥੀ, ਖਿਨਵੇਂ ਪਈ ਪਰਾਈ। ਇੱਕ ਖਿਨ ਵਿੱਚ ਦੀ ਕਹਿੰਦੇ ਜਿਹਦੇ 7 ਹਾਥੀ 7 ਗੇਟਾਂ ਅੱਗੇ ਝੂਲਦੇ ਸੀ, ਇੱਕ ਖਿਨ ਵਿੱਚ ਦੀ ਪਰਾਈ ਹੋ ਗਈ।
सर्व सोन की लंका होती रावण से दिखाई, कहाँ भयो दरबादे हाथी खिनमय भई पराई, दुर्वासा स्यों करत ठगौरी, जादव ए फल पाए, किरपा करी जन अपने ऊपर नाम दिओ हर गुण गाए। इस शब्द विच बहुत बड़ा भेद छुपिया होया। चलो जिवें जिवें मेरे मालिक ने अगे किरपा कीती उसे तरह तुहाडे नाल साझा करते जावांगे। धन्नवाद है सारियां संगतां दा। बेनती है 16 तरीक की मस्या ते 17 की संगरांद का कत्ते का महीना शुरू हो जाना, कत्तक का। जिस कत्तक के महीने विच सतगुरु नानक देव महाराज सच्चे पातशाह महाराज जी ने आगमन धरती के उत्ते लिया, पर ऐतकी मगर दे विच चले गया तरीकों की बदला सदली होने कारण। पर जिहड़ा साडे बजुर्ग पुरातन समय तो पढ़ते सी वो यही पढ़ते सी। आओ प्यार दे विच इसे तालना दे नाल फिर आनंद साहब दे नाल जुड़ने अरदास हुकना। मैं बहुत बहुत सारियां संगतां दा धन्नवाद कीता जांदा। मालिक किरपा करे। कत्तक दे महीने विच साडे बजुर्ग पहले ही, क्योंकि संत बाबा नारायण सिंह मुनि मैं तुहानूं अर्ज करदा सी, गुरु नानक दा आगमन हुंदा, छोटे साहिबजादियां दी शहीदी हुंदी, उदों उन्हां दे नेत्र भी सजल हुंदे ते धरती दे उत्ते बह जांदे, थल्ले बस आसन थल्ले रखदे सी। वो कहन लगे भाई गुरु नानक सच्चे पातशाह महाराज जी ने आके जिन्हें सारे जग संसार नूं तारिया ते उन्हां दा आप नारायण कला धार जग में परवरे।